बिस्मिल्लाहिर्रहमानिर्रहीम। पंजाबी मुतालिया कुरान सूरा मायदा दी आयात 41 ਤੋਂ 44 तक। ਇਸ ਤੋਂ ਪਹਿਲਾਂ ਮੁਤਾਲਾ ਕੁਰਾਨ 15 ਚ ਅਸੀਂ ਸ਼ਰੀਅਤ ਦੇ ਔਰ ਅਹਿਲੇ ਕਿਤਾਬ ਦੇ ਰਿਲੇਟਡ ਚੀਜ਼ਾਂ ਜਿਹੜੀਆਂ ਨੇ ਉਹ ਕੁਰਾਨ ਚ ਜੋ ਕੁਝ ਹੈ ਉਹ ਇੱਥੇ ਉਹਦਾ ਮੁਤਾਲਿਆ ਕੀਤਾ ਸੀ। ਤੇ ਹੁਣ ਅਸੀਂ ਇਹਨਾਂ ਆਇਤਾਂ ਚ ਜਿਹੜੀਆਂ ਮੁਤਾਲਿਆ ਕਰਾਂਗੇ, ਇਹਨਾਂ ਆਇਤਾਂ ਚ ਅੱਲਾਹ ਦੀ ਸ਼ਰੀਅਤ ਨਾਲ ਯਹੂਦੀਆਂ ਜਿਹੜਾ ਸਲੂਕ ਕੀਤਾ ਸੀ ਉਸ ਨੂੰ ਬਿਆਨ ਕਰਕੇ ਅੱਲਾਹ ਨੇ ਆਪਣੇ ਰਸੂਲ ਨੂੰ ਯਹੂਦੀਆਂ ਦੀ ਇੱਕ ਸਾਜ਼ਿਸ਼ ਤੋਂ ਖਬਰਦਾਰ ਕੀਤਾ, ਉਹਨਾਂ ਦੀਆਂ ਚਾਲਬਾਜ਼ੀਆਂ ਤੋਂ, ਔਰ ਉਹਨਾਂ ਦੀ ਮੁਨਾਫਕਤ ਔਰ ਦੁਸ਼ਮਣੀ ਤੋਂ ਬਚਣ ਦਾ ਇੱਕ ਤਰੀਕਾ ਵੀ ਦੱਸਿਆ ਆਪਣੇ ਪੈਗੰਬਰ ਨੂੰ। ਤੇ ਉਸ ਸਿਲਸਿਲੇ 'ਚ ਅੱਲਾਹ ਤਾਲਾ ਆਇਤ ਨੰਬਰ 41 'ਚ ਫਰਮਾਉਂਦੇ ਨੇ, ਐ ਪੈਗੰਬਰ ਤੁਹਾਨੂੰ ਇਹਨਾਂ ਲੋਕਾਂ ਦਾ ਇਹ ਰਵੱਈਆ ਦੁਖੀ ਨਾ ਕਰੇ ਜਿਹੜੇ ਅੱਲਾਹ ਦੀ ਸ਼ਰੀਅਤ ਦਾ ਇਨਕਾਰ ਕਰਨ 'ਚ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਵੀ ਨੇ ਜਿਹੜੇ ਜ਼ੁਬਾਨ ਤੋਂ ਇਹ ਆਖਦੇ ਨੇ ਕਿ ਅਸੀਂ ਮੰਨ ਲਿਆਏ, ਪਰ ਉਹ ਦਿਲੋਂ ਈਮਾਨ ਨਹੀਂ ਲਿਆਏ। ਔਰ ਉਹਦੀ ਜਿਹੜੇ ਯਹੂਦੀ ਹੋ ਚੁੱਕੇ ਨੇ ਇਹ ਝੂਠ ਤੇ ਕੰਨ ਲਾਉਂਦੇ ਨੇ, ਔਰ ਝੂਠ ਹੀ ਵੀ ਉਹਨਾਂ ਲੋਕਾਂ ਦਾ ਜਿਹੜੇ ਇਹਨਾਂ ਤੋਂ ਇੱਕ ਵੱਖਰਾ ਗਰੋਹ ਨੇ, ਔਰ ਜਿਹੜੇ ਕਦੀ ਤੁਹਾਡੇ ਕੋਲ ਨਹੀਂ ਆਏ। ਇਹ ਲੋਕ ਗੱਲ ਦਾ ਮੌਕਾ ਮਲ ਪਤਾ ਲੱਗ ਜਾਣ ਤੋਂ ਬਾਅਦ ਵੀ ਉਹਦੇ ਅਸਲ ਮਾਣੀ ਹੋਰ ਦੇ ਹੋਰ ਕਰ ਦਿੰਦੇ ਨੇ। ਆਖਦੇ ਨੇ ਕਿ ਤੁਹਾਡੇ ਮਾਮਲੇ ਦਾ ਫੈਸਲਾ ਅਗਰ ਇਸ ਤਰ੍ਹਾਂ ਦਾ ਹੋਵੇ ਤਾਂ ਮੰਨ ਲਓ ਉਹਦੇ ਦੂਜਾ ਹੋਵੇ ਤੇ ਉਹਦੇ ਤੋਂ ਬਚ ਜਾਣਾ। ਇਹ ਫਿਤਨੇ ਵਿੱਚ ਪੈ ਚੁੱਕੇ ਨੇ, ਔਰ ਜਿਸ ਨੂੰ ਅੱਲਾਹ ਫਿਤਨੇ 'ਚ ਪਾਣਾ ਚਾਹੇ ਉਹ ਉਸ ਤੋਂ ਪੈ ਕੇ ਹੀ ਰਹਿੰਦਾ। ਫਿਰ ਅੱਲਾਹ ਦੇ ਮੁਕਾਬਲੇ 'ਚ ਤੁਸੀਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ। ਇਹ ਹੀ ਉਹ ਲੋਕ ਨੇ ਜਿਨ੍ਹਾਂ ਦੇ ਬਾਰੇ ਅੱਲਾਹ ਨਹੀਂ ਚਾਹੁੰਦਾ ਕਿ ਉਹਨਾਂ ਦੇ ਦਿਲਾਂ ਨੂੰ ਪਾਕ ਕਰੇ। ਉਹਨਾਂ ਵਾਸਤੇ ਦੁਨੀਆ ਵਿੱਚ ਬੜੀ ਬੇਇੱਜ਼ਤੀ ਹੈ ਤੇ ਆਖਰਤ 'ਚ ਬਹੁਤ ਵੱਡੀ ਸਜ਼ਾ ਹੈ। ਇਹ ਅੱਲਾਹ ਦਾ ਇੱਕ ਕਾਨੂੰਨ ਹੈ ਜਿਹਦੇ 'ਚ ਅੱਲਾਹ ਤਾਲਾ ਕਹਿੰਦੇ ਨੇ ਕਿ ਅੱਲਾਹ ਪਾਕ ਨਹੀਂ ਕਰਦੇ, ਉਹਨਾਂ ਦੀ ਨਹੀਂ ਕਰਦੇ। ਅੱਲਾਹ ਦਾ ਕਾਨੂੰਨ ਹੈ ਜਿਹੜਾ ਬੰਦੇ ਦੀ ਤਰਫੋਂ ਹੁੰਦਾ ਹੈ। ਅਸਲ ਉਹ ਮਾਮਲਾ ਬੰਦੇ ਦੀ ਤਰਫੋਂ ਹੁੰਦਾ ਹੈ, ਲੇਕਿਨ ਅੱਲਾਹ ਤਾਲਾ ਦੇ ਆਪਣਾ ਉਹ ਕਾਨੂੰਨ ਇੱਕ ਲਹਿਦਾ ਤਰੀਕੇ ਨਾਲ ਸਮਝਣੇ ਦੀ ਕੋਸ਼ਿਸ਼ ਹੈ। ਇਹਦਾ ਇਹ ਨਹੀਂ ਮਤਲਬ ਕਿ ਅੱਲਾਹ ਤਾਲਾ ਲੋਕਾਂ ਦੇ ਫੈਸਲੇ ਕਰ ਰਹੇ ਹੁੰਦੇ ਨੇ ਕਿ ਇਹਨੂੰ ਮੈਂ ਜ਼ਾਹਿਰ ਰੱਖਣਾ ਔਰ ਇਹਨੂੰ ਮੈਂ ਇਲਮ ਵਾਲਾ ਬਣਾਉਣਾ ਹੈ, ਜਾਂ ਇਹਨੂੰ ਮੈਂ ਜੰਨਤ 'ਚ ਲੈ ਕੇ ਜਾਣਾ ਹੈ, ਦੋਜ਼ਖ 'ਚ ਸੱਟਣਾ ਹੈ। ਇਹ ਫੈਸਲੇ ਇਨਸਾਨ ਹੀ ਕਰ ਰਿਹਾ ਹੁੰਦਾ ਆਪਣੇ ਇਲਮ ਇਖਲਾਕ ਔਰ ਰਵੱਈਏ ਨਾਲ। ਅੱਲਾਹ ਤਾਲਾ ਉਹਦੇ 'ਚ ਇੰਟਰਫੇਰੈਂਸ ਨਹੀਂ ਕਰਦੇ, ਲੇਕਿਨ ਅੱਲਾਹ ਦਾ ਕਾਨੂੰਨ ਹਰਕਤ 'ਚ ਆ ਜਾਂਦਾ ਹੈ। ਜੈਸੇ ਕੋਈ ਬੰਦਾ ਨੇਕੀ ਵੱਲ ਅੱਗੇ ਵੱਧਦਾ ਹੈ, ਐਕਸਟਰਾ ਕੋਸ਼ਿਸ਼ ਕਰਦਾ ਹੈ, ਉਹ ਫਿਰ ਉਹਦੇ ਵਾਸਤੇ ਆਸਾਨੀਆਂ ਪੈਦਾ ਹੋ ਜਾਂਦੀਆਂ। ਔਰ ਜਿਹੜੇ ਬੁਰਾਈ ਵਾਲੀ ਸਾਈਡ ਤੇ ਬੜੀ ਕੋਸ਼ਿਸ਼ ਕਰਦੇ ਨੇ, ਅੱਲਾਹ ਦਾ ਕਾਨੂੰਨ ਹਰਕਤ 'ਚ ਹੁੰਦਾ ਹੈ, ਉਹ ਫਿਰ ਬੁਰਾਈ ਵਾਲੀ ਪੱਕੇ ਹੋ ਜਾਂਦੇ ਨੇ ਤੇ ਅੱਲਾਹ ਤਾਲਾ ਉਹਨਾਂ ਦੀ ਕੇਅਰ ਛੱਡ ਦਿੰਦੇ ਨੇ। ਇਹ ਅੱਲਾਹ ਦਾ ਕਾਨੂੰਨ ਹੈ। ਇਹਦਾ ਇਹ ਮਤਲਬ ਨਹੀਂ ਲੈਣਾ ਚਾਹੀਦਾ ਕਿ ਅੱਲਾਹ ਤਾਲਾ ਉੱਤੇ ਬਹਿ ਕੇ ਤੇ ਇਹਦਾ ਮਤਲਬ ਹੈ ਸਾਡਾ ਇਰਾਦਾ ਇਖਤਿਆਰ ਦੀ ਤਮੀਅਤ ਹੀ ਕੋਈ ਨਹੀਂ, ਕਿਉਂਕਿ ਅੱਲਾਹ ਤਾਲਾ ਕਰ ਰਹੇ ਨੇ ਸਾਡੇ ਫੈਸਲੇ, ਫਿਰ ਇਰਾਦਾ ਇਖਤਿਆਰ ਨਹੀਂ ਰਹਿੰਦਾ। ਇਸ ਆਇਤ 'ਚ ਪਹਿਲੀ ਗੱਲ ਇਹ ਆਇਤ 'ਚ ਅੱਲਾਹ ਨੇ ਹਜ਼ੂਰ ਨੂੰ ਰਸੂਲ ਕਹਿ ਕੇ ਨਾ ਮੁਖਾਤਬ ਕੀਤਾ। ਨਬੀ ਔਰ ਰਸੂਲ ਦੋ ਮੁਖਤਲਿਫ ਉਹਦੇ ਨੇ। ਨਬੀ ਜਿਹੜਾ ਉਹ ਹਰ ਪੈਗੰਬਰ ਅੱਲਾਹ ਦਾ ਜਿਹੜਾ ਪਿਆਗੰਬਰ ਹੈ, ਜਿਹੜਾ ਇਨਸਾਨਾਂ ਤੱਕ ਆਪਣੀ ਗੱਲ ਪਹੁੰਚਾਉਣ ਵਾਸਤੇ ਅੱਲਾਹ ਤਾਲਾ ਸਿਲਸਿਲਾ ਸ਼ੁਰੂ ਕੀਤਾ ਸੀ ਆਦਮ अलैहिस्सलाम ਤੋਂ, ਜਿਹੜਾ ਸੈਯਦਨਾ ਮੁਹੰਮਦ ਤੇ ਆ ਕੇ ਖਤਮ ਹੁੰਦਾ, ਉਹ ਸਾਰੇ ਨਬੀ ਨੇ। ਲੇਕਿਨ ਰਸੂਲ ਜਿਹੜਾ ਉਹਨੂੰ ਇੱਕ ਐਕਸਟਰਾ ਉਹਦਾ ਦੇ ਦਿੱਤਾ ਜਾਂਦਾ ਹੈ। ਉਹ ਅੱਲਾਹ ਦਾ ਕਾਇਮ ਮਕਾਮ ਬਣ ਕੇ ਅੱਲਾਹ ਦਾ ਹੱਕ ਵਾਜ਼ੇ ਕਰਦਾ ਉੱਥੇ ਜ਼ਮੀਨ ਤੇ, ਲੋਕਾਂ ਦੇ ਹਰ ਸਵਾਲ ਦਾ ਜਵਾਬ ਦਿੰਦਾ। ਔਰ ਫਿਰ ਜੋ ਜੰਨਤ ਦੋਜ਼ਖ 'ਚ ਅੱਲਾਹ ਤਾਲਾ ਲੋਕਾਂ ਨਾਲ ਮਾਮਲਾ ਕਰਨਾ ਸਜ਼ਾ ਜ਼ਿਆਦਾ ਉਸ ਦੁਨੀਆ ਤੇ ਕਰਕੇ ਵਿਖਾ ਦਿੰਦਾ। ਉਹ ਉਹਨਾਂ ਨਬੀਆਂ ਵਿੱਚੋਂ ਹੀ ਰਸੂਲ ਦਾ ਐਕਸਟਰਾ ਉਹਦਾ ਦੇ ਕੇ ਉਹ ਰਸੂਲ ਬਣਾਏ ਜਾਂਦੇ ਨੇ। ਤੇ ਰਸੂਲ ਅੱਲਾਹ ਸੈਯਦਨਾ ਮੂਸਾ, ਈਸਾ, ਇਬਰਾਹਿਮ, ਨੂਹ, ਦੂਸਰਾ ਲੂਤ, ਇਹ ਸਾਰੇ ਰਸੂਲ ਸਨ ਅੱਲਾਹ ਦੇ। ਔਰ ਇਹਨਾਂ ਨੂੰ ਇਹ ਫਿਰ ਇੱਥੇ ਫੈਸਲਾ ਕਰਕੇ ਗਏ ਨੇ ਉਹਨਾਂ ਕੌਮਾਂ ਦਾ, ਉਹ ਮਲੀਆ ਮੇਟ ਕਰ ਦਿੱਤੀਆਂ ਨੇ ਜਿਹੜੇ ਨਹੀਂ ਮੰਨਿਆ ਰਸੂਲ ਨੂੰ, ਔਰ ਜਿਨ੍ਹਾਂ ਮੰਨਿਆ ਉਹਨਾਂ ਨੂੰ ਫਿਰ ਦੁਨੀਆ ਦੀ ਆਖਰਤ ਦੀ ਬਾਦਸ਼ਾਹੀ ਦੇ ਦਿੱਤੀ ਹੈ। ਉਹਦੇ ਤੋਂ ਹੀ ਆਇਆ ਰਾਜ਼ੀ ਅੱਲਾਹ ਤਾਲਾ ਅਨਹੁ ਸਹਾਬਾ ਦੇ ਮੁਤਲਕ ਕਿ ਅੱਲਾਹ ਉਨਸੇ ਰਾਜ਼ੀ ਹੋ ਗਿਆ। ਇਸ ਤੇ ਇੱਥੇ ਇਹ ਪਹਿਲੀ ਵਾਰੀ ਨਾ ਇਹ ਕੁਰਾਨ 'ਚ ਅੱਲਾਹ ਤਾਲਾ ਰਸੂਲ ਅੱਲਾਹ ਨੂੰ ਰਸੂਲ ਦਾ
ਨਾਂ ਲੈ ਕੇ ਕਿਹਾ। ਇਹਦਾ ਮਤਲਬ ਹੈ ਕਿ ਹੁਕਮ ਉਹਨਾਂ ਨੂੰ ਬਤੌਰੇ ਰਸੂਲ ਦਿੱਤਾ ਹੈ। ਰਸੂਲ ਔਰ ਨਬੀ ਦੇ ਉਹਦੇ ਵਿੱਚ ਫਰਕ ਹੈ, ਔਰ ਉਹਨਾਂ ਦੇ ਅੱਗੋਂ ਫਿਰ ਜਾਬ ਨੋਈਅਤ ਵਿੱਚ ਵੀ ਫਰਕ ਹੈ, ਫਿਰ ਉਹਨਾਂ ਤੇ ਅਹਿਕਾਮਾਤ ਦਾ ਵੀ ਫਰਕ ਆ ਜਾਂਦਾ ਹੈ। ਬਤੌਰੇ ਰਸੂਲ ਦਿੱਤਾ ਹੈ, ਬਤੌਰੇ ਨਬੀ ਨਹੀਂ ਦਿੱਤਾ। ਔਰ ਉਹਨਾਂ ਨੂੰ ਤਸੱਲੀ ਦਿੱਤੀ ਹੈ ਕਿ ਅਗਰ ਇਹ ਤੁਹਾਡੀ ਗੱਲ ਨਹੀਂ ਮੰਨਦੇ ਤੇ ਇਹ ਰਸੂਲ ਦਾ ਇਨਕਾਰ ਕਰਨ ਵਾਲੇ ਕਾਨੂੰਨ ਦਾ ਸਾਹਮਣਾ ਕਰਨਗੇ। ਕਿਉਂਕਿ ਰਸੂਲ ਦੇ ਇਨਕਾਰ ਜਿਹੜਾ, ਨਬੀ ਨੂੰ ਤਾਂ ਲੋਕ ਉੱਥੇ ਮਾਰ ਦਿੰਦੇ ਨੇ, ਕੱਢ ਦਿੰਦੇ ਨੇ, ਕੋਈ ਅੱਲਾਹ ਤਾਲਾ ਐਕਸ਼ਨ ਨਹੀਂ ਲੈਂਦੇ। ਲੇਕਿਨ ਆਪਣੇ ਰਸੂਲਾਂ ਦੇ ਮਾਮਲੇ 'ਚ ਅੱਲਾਹ ਤਾਲਾ ਕੁਰਾਨ 'ਚ ਲਿਖ ਕੇ ਰੱਖਿਆ ਕਿ ਮੈਂ ਔਰ ਮੇਰੇ ਰਸੂਲ ਹੀ ਗਾਲਬ ਰਹੇਂਗੇ। ਉਹਨਾਂ ਦੀ ਇਨਸਲਟ ਉਸ ਵਾਲੇ ਨਾਲ ਨਹੀਂ ਹੋਣ ਦਿੰਦੇ, ਗਲਬਾ ਨਹੀਂ ਉਹਨਾਂ ਤੇ ਹੋਣ ਦਿੰਦੇ ਆਪਣੇ ਰਸੂਲਾਂ। ਇਹ ਅੱਲਾਹ ਦਾ ਕਾਨੂੰਨ ਹੈ। तो अल्लाह ताला उस रसूल का मुखातब इस तो किया है कि ਜਿਹੜੇ ਤੁਹਾਡੇ ਇਨਕਾਰ ਕਰਨ ਵਾਲੇ ਨਾ ਇਹ ਬਚ ਨਹੀਂ ਸਕਣਗੇ। ਇੱਕ ਸਿਲਸਿਲਾ ਆ ਰਿਹਾ ਸ਼ੁਰੂ ਤੋਂ ਲੈ ਕੇ ਤੇ ਅੱਜ ਤੱਕ ਇੱਕ ਵੀ ਨਹੀਂ ਬਚਿਆ। ਕਿਸੇ ਨੂੰ ਤੂਫਾਨ 'ਚ ਰੋੜ ਦਿੱਤਾ ਗਿਆ, ਕਿਸੇ ਨੂੰ ਪੱਥਰਾਂ ਦੀ ਬਾਰਿਸ਼, ਕਿਸੇ ਨੂੰ ਕਿਸੇ ਤਰੀਕੇ ਨਾਲ। ਸੈਯਦਨਾ ਮੂਸਾ ਦੇ ਜਿਹੜੇ ਇਨਕਾਰ ਕਰਨ ਵਾਲੇ ਹਨ ਉਹਨਾਂ ਨੇ ਆਖਿਆ ਭਰਾ ਨੂੰ ਵੱਡੇ ਕਤਲੇਆਮ ਕੀਤਾ ਗਿਆ। ਜਿਹੜੇ ਸੈਯਦਨਾ ਮੁਹੰਮਦ ਦਾ ਇਨਕਾਰ ਕਰਨ ਵਾਲੇ ਹਨ ਉਹਨਾਂ ਨੇ ਆਖਿਆ ਮੈਂ ਤੁਹਾਡੇ ਜ਼ਰੀਏ, ਸਵਾਬਾਂ ਦੇ ਜ਼ਰੀਏ ਤੇ ਤੁਹਾਡੇ ਜ਼ਰੀਏ ਇਹਨਾਂ ਦੀਆਂ ਤਲਵਾਰਾਂ ਨਾਲ। ਉਹ ਫਿਰ ਅੱਲਾ ਨੇ ਸੂਰਾ ਤੌਬਾ 'ਚ ਆ ਕੇ ਤੇ ਉਹਨਾਂ ਦਾ ਸਤਿਆਨਾਸ਼ ਕੀਤਾ ਔਰ ਆਖਿਆ ਇੰਨਾ ਚਿਰ ਇਹਨਾਂ ਵਾਸਤੇ ਮੁਹਲਤ ਤੋਂ ਬਾਅਦ ਇਹਨਾਂ ਨੂੰ ਜਿੱਥੇ ਲੱਭਦੇ ਕਤਲ ਕਰ ਦਿਓ, ਫਨਾ ਫਿੱਲਾ ਕਰ ਦਿਓ। ਤੇ ਇਹ ਅੱਲਾਹ ਤਾਲਾ ਤਸੱਲੀ ਦਿੱਤੀ। ਔਰ ਇਸ ਲਈ ਰਸੂਲ ਤੁਹਾਨੂੰ ਇਹਨਾਂ ਦੇ ਰਵੱਈਏ ਦੀ ਫਿਕਰ ਨਹੀਂ ਕਰਨੀ ਚਾਹੀਦੀ। ਇਸ ਵਾਸਤੇ ਅੱਲਾਹ ਤਾਲਾ ਦੱਸਿਆ ਵੀ ਇਹਨਾਂ ਦੇ ਰਵੱਈਆਂ ਤੇ ਜ਼ਿਆਦਾ ਪਰੇਸ਼ਾਨ ਨਾ ਹੋ। ਇਹਨਾਂ ਦਾ ਮਾਮਲਾ ਜ਼ਾਹਿਰ ਹੈ ਹੈਂਡਲ ਕਰ ਰਿਹਾ। ਅੱਲਾ ਦੇ ਕਾਨੂੰਨ, ਅੱਲਾ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਰਸੂਲਾਂ ਨੂੰ ਵੀ ਅੱਲਾ ਬਾਹਰ ਉੱਤੇ ਦੱਸ ਰਹੇ ਹੁੰਦੇ ਨੇ। ਜਿਸ ਤਰ੍ਹਾਂ ਅੱਲਾਹ ਤਾਲਾ ਨਾ ਇੱਕ ਚੀਜ਼ 'ਚ ਰੁਕ ਕਰ, ਨਾ ਕਰ, ਇਸ ਤਰ੍ਹਾਂ ਕਰ, ਇਹ ਸਾਰੀਆਂ ਚੀਜ਼ਾਂ ਰਸੂਲਾਂ ਨਾਲ ਕਰ ਰਹੇ ਹੁੰਦੇ। ਦੂਜੀ ਗੱਲ ਅੱਲਾ ਨੇ ਉਹਨਾਂ ਯਹੂਦੀ ਆਲਮਾਂ ਦੀ ਕੀਤੀ ਹੈ ਜਿਹੜੇ ਹਜ਼ੂਰ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਔਰ ਝੂਠ ਬਣਾ ਕੇ ਆਪਣੇ ਪੈਰਾਕਾਰਾਂ ਨੂੰ ਆਪ ਦੇ ਖਿਲਾਫ ਕਰਦੇ ਸਨ। ਝੂਠੀਆਂ ਗੱਲਾਂ ਬਣਾ ਕੇ ਅਸਲ ਗੱਲਾਂ ਛੁਪਾ ਲੈਣੀਆਂ ਨੇ। ਕਿਉਂਕਿ ਜਿਹੜੇ ਇਲਮ ਵਾਲੇ ਹੁੰਦੇ ਨੇ ਨਾ, ਜਿਹੜੇ ਇਲਮ ਵਾਲੇ ਬਣ ਜਾਂਦੇ ਨੇ ਬਾਜ਼ ਦਫਾ ਹੁਲੀਆ ਬਣਾ ਕੇ ਜਾਂ ਮਸ਼ਹੂਰੀ ਕਰਕੇ ਜਾਂ ਜਿਸ ਤਰ੍ਹਾਂ ਵੀ ਅਸਲੀ ਵੀ ਹੁੰਦੇ ਨੇ, ਫਿਰ ਲੋਕ ਉਹਨਾਂ ਤੋਂ ਇੱਦਾਂ ਨਹੀਂ ਹੁੰਦੇ। ਉਹ ਫਿਰ ਜਿਸ ਤਰ੍ਹਾਂ ਉਹਨਾਂ ਜਿਹੜੇ ਰਾਹ ਤੇ ਲਾਉਂਦੇ ਨੇ, ਅਕਸਰ ਇਸ ਤਰ੍ਹਾਂ ਹੁੰਦਾ, ਅੱਜ ਵੀ ਹੋ ਰਿਹਾ ਕਿ ਉਹ ਉਸੇ ਗੱਲ ਦੇ ਖਿਲਾਫ ਜਿਹਦੇ ਉਹ ਪਿਆੰਬਰ ਬਣ ਕੇ ਜਾਂ ਜਿਹਦੇ ਉਹ ਆਲਮ ਬਣ ਕੇ ਬੈਠੇ ਉਹਦੇ ਖਿਲਾਫ ਗੱਲਾਂ ਕਰ ਰਹੇ ਹੁੰਦੇ ਨੇ, ਅਮਲੀ ਤੌਰ ਤੇ ਕਰ ਰਹੇ ਹੁੰਦੇ ਨੇ। ਲੇਕਿਨ ਲੋਕ ਉਹਨਾਂ ਦੇ ਪਿੱਛਾ ਉਹਨਾਂ ਦੀ ਗੱਲ ਮੰਨਦੇ ਨੇ। ਤੇ ਉਹ ਫਿਰ ਝੂਠ ਬਣਾ ਕੇ ਉਹਨਾਂ ਦੇ ਆਪਣੇ ਜ਼ਾਤੀ ਮਫਾਦ ਜਾਂ ਤਸੱਬ ਜਾਂ ਜੋ ਵੀ ਹੁੰਦੇ ਤੇ ਇਨਸਾਨ ਹੀ ਨੇ। ਇਨਸਾਨੀ ਫਿਤਰਤ ਦਾ ਜ਼ਹੂਰ ਅੱਛਾਈ ਬਰਾ ਦਾ ਉਹਨਾਂ 'ਚ ਵੀ ਉਸੇ ਤਰ੍ਹਾਂ ਹੀ ਹੁੰਦਾ। ਤੇ ਉਹ ਲੋਕਾਂ ਆਪਣੇ ਮੰਨਣ ਵਾਲਿਆਂ ਨੂੰ, ਜਿਵੇਂ ਅੱਜ ਵੀ ਹਰ ਫਿਰਕੇ ਦਾ ਮੰਨਣ ਵਾਲੇ ਜਿਹੜੇ ਨੇ ਉਹ ਆਪਣੇ ਕੁਰਾਨ ਦਾ ਨਹੀਂ, ਦੂਸਰੇ ਦਾ ਨਹੀਂ, ਤੀਸਰੇ ਦਾ ਨਹੀਂ, ਪੈਗੰਬਰ ਦੀ ਗੱਲ ਨਹੀਂ, ਉਹ ਆਪਣੇ ਫਿਰਕੇ ਦਾ ਜਿਹੜਾ ਆਲਮ ਹੈ ਉਹਨੂੰ ਹੀ ਅੱਲਾ ਦਾ ਨੁਮਾਇੰਦਾ ਸਮਝਦੇ ਨੇ। ਉਹਨਾਂ ਨੂੰ ਸਿਖਾਉਂਦੇ ਆਣ ਰਸੂਲ ਅੱਲਾ ਦੇ ਖਿਲਾਫ ਨਾ ਕਿ ਤੁਸੀਂ ਉਹਨਾਂ ਤੋਂ ਇਹ ਸਵਾਲ ਕਰੋ। ਇਹ ਸੈਯਦਨਾ ਈਸਾ अलैहिस्सलाम ਦੇ ਮੁਤਲਕ ਵੀ, ਕਿਉਂਕਿ ਉਸੇ ਹਕੂਮਤ ਸੀ ਉਹਨਾਂ ਦੀ, ਇੱਕ ਖਾਸ ਕੌਮ ਦੀ, ਨਾ ਯਹੂਦੀਆਂ ਦੀ ਸੀ ਨਾ ਦੂਸਰਿਆਂ ਦੀ। ਉਹਦੇ ਵਿੱਚ ਐਸੇ ਸਵਾਲ ਉਹ ਯਹੂਦੀ ਆਲਮ ਕਰਕੇ ਕਰਦੇ ਹਨ ਲੋਕਾਂ ਨੂੰ ਕਿ ਜਿਹਦੇ 'ਚ ਇਹ ਸੈਯਦਨਾ ਈਸਾ ਜਿਹੜੇ ਨੇ ਫਸ ਜਾਣ। ਜਵਾਬ ਦੇਣ ਤਾਂ ਵੀ ਨੁਕਸਾਨ ਨੇ, ਤੇ ਜੇ ਨਾ ਦੇਣ ਤੇ ਤਾਂ ਵੀ ਪ੍ਰੋਪੋਗੰਡਾ ਕਰਾਂਦੇ ਕਿ ਇਹਨੂੰ ਤਾਂ ਪਤਾ ਹੀ ਨਹੀਂ ਕਿਸੇ ਦਾ ਇਹ ਕੈਸਾ ਅੱਲਾ ਦਾ ਪੈਗੰਬਰ। ਤੇ ਇਸੇ ਤਰ੍ਹਾਂ ਉਹ ਰਸੂਲ ਅੱਲਾ ਦੇ ਖਿਲਾਫ ਵੀ ਬੰਦਿਆਂ ਨੇ ਕੋਲੋਂ ਪੜਾ ਕੇ ਟੋਰਦੇ ਹਨ ਤੇ ਆਂਦੇ ਹਨ ਇਹ ਸਵਾਲ ਕਰੋ। ਸਾਜ਼ਿਸ਼ ਹੁੰਦੀ ਸੀ ਉਹਦੇ ਪਿੱਛੇ, ਇਹ ਨਹੀਂ ਕਿ ਕੋਈ ਇਲਮ ਹਾਸਲ ਕਰਨਾ ਹੁੰਦਾ ਸੀ। ਇਹ ਸਵਾਲ ਪੁੱਛੇ ਨਾ, ਮਤਲਬ ਦੀਨ ਸਿੱਖਣਾ ਨਹੀਂ ਸੀ ਹੁੰਦਾ, ਬਲਕਿ ਇਤਰਾਜ਼ ਕਰਨਾ ਹੁੰਦਾ ਸੀ, ਪ੍ਰੋਪੋਗੰਡਾ ਕਰਨਾ ਹੁੰਦਾ ਸੀ। ਅੱਜ ਵੀ ਲੋਕ ਕਰਦੇ ਨੇ। ਜ਼ਿਆਦਾਤਰ ਲੋਕਾਂ ਇਸ ਦੌਰ 'ਚ ਵੀ ਜਿਹੜੇ ਕੋਈ ਅੱਛੇ ਉਲਮਾ ਨੇ ਉਹਨਾਂ ਦੇ ਮੁਤਲਕ ਜਿੰਨੀਆਂ ਗੱਲਾਂ ਮਸ਼ਹੂਰ ਹੋਈਆਂ ਨੇ, ਕੋਈ ਮੁਨਕਰੇ ਹਦੀਸ ਹੈ, ਕੋਈ ਕਾਦੀਆਨੀ ਦਾ ਹਰ ਕਿਸੇ ਤੇ ਕੋਈ ਨਾ ਕੋਈ ਲੱਗੇ ਹੈ। ਲੇਕਿਨ ਜਿਹੜੇ ਗਰਾਊਂਡ ਤੇ ਸਿਪਾਹੀ ਨੇ ਉਹਨਾਂ ਕਦੀ ਜ਼ਿੰਦਗੀ ਸੁਣੀ ਨਹੀਂ। ਉਹਨਾਂ ਨੂੰ ਦੱਸਿਆ ਗਿਆ ਇਸ਼ਤਿਹਾਰ, ਕੋਈ ਸਲਾਹ ਦਿੱਤਾ ਹੈ ਕਿਸੇ ਗੱਲ, ਹਾਲਾਂਕਿ ਉਹ ਕੋਈ ਤਲਕ ਨਹੀਂ ਹੁੰਦਾ ਉਸ ਗੱਲ ਦਾ ਅਸਲ ਚੀਜ਼ ਨਾਲ ਜਾਂ ਉਹਨਾਂ ਲੋਕਾਂ ਦੇ ਮੁਤਲਕ ਜਿਨ੍ਹਾਂ ਦੇ ਖਿਲਾਫ ਪ੍ਰੋਪੋਗੰਡਾ ਕੀਤਾ ਜਾਂਦਾ। ਤੇ ਉਹ ਹੀ ਸਿਲਸਿਲਾ ਉਸੇ ਵੀ ਚੱਲ ਰਿਹਾ ਸੀ। ਤੀਸਰੀ ਗੱਲ ਇਹ ਕਿ ਉਹ ਕੁਰਾਨ ਦੇ ਸਿਆਕ ਸਬਾਕ ਤੋਂ ਅੱਛੀ ਤਰ੍ਹਾਂ ਵਾਕਫ ਹੁੰਦੇ ਨੇ। ਉਹ ਜਿਹੜੇ ਉਲਮਾ ਨਹੀਂ ਉਸ ਟਾਈਮ ਦੇ ਸਪੈਸ਼ਲੀ ਉਲਮਾ, ਅੱਜ ਦੇ ਨਹੀਂ। ਇਹ ਹੁਣ ਡਿਫਰੈਂਸ ਹੈ।
ਅੱਜ ਦੇ ਅਸੀਂ ਵੀ ਜਾਣਦੇ ਹਾਂ ਸਾਰਿਆਂ ਆਲਮਾਂ ਨੂੰ, ਸਪੈਸ਼ਲੀ ਜਿਹੜੇ ਬਰੇ ਸਗੀਰ ਦੇ ਨੇ, ਜ਼ਿਆਦਾਤਰ ਜਿਹੜੇ ਨੇ ਕੁਰਾਨ ਤੋਂ ਨਹੀਂ ਵਾਕਫ। ਵੱਡੇ ਵੱਡੇ ਨਾਂ ਜਿਹੜੇ ਨੇ ਨਾ, ਬਹੁਤ ਵੱਡੇ ਨਾਂ, ਉਹ ਪੂਰੀ ਉਹਨਾਂ ਦੀ ਤਕਰੀਰਾਂ ਚੋਂ ਕੇ ਵੇਖੀਏ ਤੇ ਉਹ 60% ਕੁਰਾਨ ਦੇ ਖਿਲਾਫ ਗੱਲਾਂ ਕਰ ਰਹੇ ਹੁੰਦੇ ਨੇ ਦੀਨ ਦੇ ਨਾਂ ਤੇ, ਉਹਨਾਂ ਨੂੰ ਨਹੀਂ ਪਤਾ। ਲੇਕਿਨ ਉਸ ਵੇਲੇ ਦੇ ਜਿਹੜੇ ਯਹੂਦੀ ਉਲਮਾ ਸਨ, ਇਲਮ ਵਾਲੇ ਸਨ, ਕਿ ਉਹਨਾਂ ਦੀ ਇਹ ਰਵਾਇਤ ਸੀ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਸੀ, ਕਿਉਂਕਿ ਕੁਰਾਨ ਤੇ ਦੂਸਰੀਆਂ ਕਿਤਾਬਾਂ ਤਾਂ ਇੱਕ ਹੀ ਚੀਜ਼ ਹੈ ਨਾ, ਇੱਕ ਹੀ ਮੁਸੰਨਫ ਹੈ, ਤੁਰਾਤ ਜ਼ਬੂਰ ਅੰਜੀਲ ਦਾ, ਅੱਲਾਹ ਤਾਲਾ ਹੀ ਕੁਰਾਨ ਦਾ, ਤੇ ਉਹਨਾਂ ਦੀ ਕੰਟੀਨਿਊਸ਼ਨ ਹੈ, ਲਾਸਟ ਵਰਜਨ ਆਫ ਤੁਰਾਤ ਜ਼ਬੂਰ ਅੰਜੀਲ ਔਰ ਦੂਸਰਿਆਂ ਸਿਫਾਂ ਦਾ ਨਾਂ ਕੁਰਾਨ ਹੈ। ਤੇ ਉਹ ਉਹਦੇ ਤੋਂ ਅੱਛੀ ਤਰ੍ਹਾਂ ਵਾਕਫ ਹੁੰਦੇ ਨੇ, ਜਾਣਦੇ ਹੁੰਦੇ ਨੇ। ਇਹ ਯਹੂਦੀਆਂ ਨਾਲ ਮੁਕਾਲਮਾ ਹੋ ਰਿਹਾ ਨਾ, ਤੇ ਫਿਰ ਵੀ ਉਲਟੇ ਸਵਾਲ ਕਰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਅਸਲ ਗੱਲ ਕੀ ਹੈ, ਕਿ ਕੁਰਾਨ 'ਚ ਕੋਈ ਐਸੀਆਂ ਚੀਜ਼ਾਂ ਕੋਈ ਨਹੀਂ, ਉਹੀ ਅਸੂਲ ਆ ਰਹੇ ਨੇ, ਅਸੂਲ 'ਚ ਦੀਨ ਹੈ ਇਹੋ ਜਿਹੜਾ ਪਹਿਲੇ ਦਿਨ ਸ਼ੁਰੂ ਹੈ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਸ ਮਸਲੇ ਵਿੱਚ ਤੁਰਾਤ ਦਾ ਕੀ ਹੁਕਮ ਹੈ, ਪਰ ਇਸ ਦੇ ਬਾਵਜੂਦ ਹੁਕਮ ਨਹੀਂ ਦੱਸਦੇ ਸਨ, ਬੰਦਿਆਂ ਨੂੰ ਨਾ ਦੱਸਦੇ, ਸਾਇਲ ਨੂੰ ਹਜ਼ੂਰ ਕੋਲੋਂ ਪੁੱਛਣ ਵਾਸਤੇ ਭੇਜ। ਉਹਨਾਂ ਨੂੰ ਅਸਲ ਪਤਾ ਹੁੰਦਾ ਸੀ ਕਿ ਇਸ ਮਸਲੇ ਦਾ ਹੱਲ ਕਸਰ ਨਮਾਜ਼ ਫਾਰ ਐਗਜ਼ਾਮਪਲ ਕਿਸ ਤਰ੍ਹਾਂ ਹੁੰਦੀ ਹੈ, ਜਾਂ ਰੋਜ਼ੇ ਦੇ ਮਾਮਲੇ 'ਚ, ਜਾਂ ਜ਼ਕਾਤ ਦੇ, ਜਾਂ ਕਤਲ ਦੇ ਮਾਮਲੇ 'ਚ, ਜਾਂ ਸਾਰੀਆਂ ਚੀਜ਼ਾਂ 'ਚ ਉਹ ਆਪ ਕੋਲ ਘੱਲ ਦਿੰਦੇ ਹਨ ਮਸਲਾ ਬਣਾਉਣ ਵਾਸਤੇ। ਪ੍ਰਾਪੋਗੰਡਾ ਮਸ਼ੀਨਾਂ ਚਾਹੀਦੀਆਂ ਹਨ, ਝੂਠਾ ਸਾਬਤ ਕਰਨਾ ਚਾਹੁੰਦੇ ਹਨ। ਉਹਦੇ ਜਵਾਬ ਅਗਰ ਇਸ ਤਰ੍ਹਾਂ ਦਾ ਹੋਇਆ, ਫਿਰ ਵੀ ਉਹਨਾਂ ਆਪਣੀ ਗੱਲ ਤੇ ਕਾਇਮ ਨੇ, ਫਿਰ ਵੀ ਪ੍ਰਾਪੋਗੰਡਾ ਹੀ ਕਰਨਾ। ਅਗਰ ਇਸ ਤਰ੍ਹਾਂ ਦਾ ਹੋਇਆ, ਫਿਰ ਵੀ ਪ੍ਰਾਪੋਗੰਡਾ ਹੀ ਕਰਨਾ। ਲੇਕਿਨ ਉਹਦੇ ਪਿੱਛੇ ਮਕਸਦ ਸ਼ੈਤਨਤ ਹੁੰਦਾ ਸੀ, ਤੇ ਭੇਜ ਦਿੰਦੇ ਹਨ। ਤੇ ਇਸ ਵਾਸਤੇ ਇਹ ਕਿਸੇ ਹਮਦਰਦੀ ਦੇ ਮੁਸਤਕ ਨਹੀਂ। ਅੱਲਾ ਕਹਿੰਦੇ ਨੇ ਕਿ ਇਹਨਾਂ ਨਾਲ ਕੋਈ ਹਮਦਰਦੀ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਮੈਲੇ ਲੋਕ ਨੇ। ਨੇਕ ਨੀਤੀ ਨਾਲ, ਇੱਕ ਹੁੰਦਾ ਨੇਕ ਨੀਤੀ ਨਾਲ ਕੋਈ ਬੰਦਾ ਗਲਤੀ ਕਰ ਰਿਹਾ, ਨਹੀਂ, ਇਹ ਸਾਰਾ ਜਾਣ ਬੁੱਝ ਕੇ ਤਸੱਬ ਦੀ ਬਣਾ ਤੇ ਕਰ ਰਹੇ ਨੇ, ਲਾਲਚ, ਖੌਫ, ਜਾਂ ਉਹਦੇ ਜਾਂ ਦੁਨੀਆ ਦੀ ਚਮਕ ਦਮਕ ਵਾਸਤੇ ਕਰ ਰਹੇ ਨੇ, ਕੌਮ ਕਬੀਲੇ ਦੀ ਬਣਾ ਤੇ। ਇਹ ਅਸਲ 'ਚ ਯਹੂਦੀਆਂ ਨਾ ਇੱਕ ਮੁਕੱਦਮੇ ਬਾਰੇ ਹਜ਼ੂਰ ਕੋਲੋਂ ਫੈਸਲਾ ਪੁੱਛਿਆ ਸੀ। ਇਹ ਉਹਦੇ ਕੰਟੈਂਟ 'ਚ ਗੱਲ ਹੋ ਰਹੀ ਹੈ। ਯਹੂਦੀ ਆਲਮਾਂ ਨੂੰ ਪਤਾ ਸੀ ਕਿ ਇਸ ਦੀ ਸਜ਼ਾ ਮੌਤ ਵੀ ਹੋ ਸਕਦੀ ਹੈ। ਉਹਨਾਂ ਮੁਜਰਮ ਨੂੰ ਬਚਾਉਣ ਵਾਸਤੇ ਹਜ਼ੂਰ ਕੋਲੋਂ ਫੈਸਲਾ ਲੈਣ ਦੀ ਸਲਾਹ ਦਿੱਤੀ। ਉਹ ਹੀ ਆ ਗਿਆ ਆਪਣਾ ਜ਼ਾਤੀ ਮੁਫਾਦ, ਕੋਈ ਐਜੂਕੇਸ਼ਨ ਵਾਸਤੇ ਨਹੀਂ ਆਏ। ਰਸੂਲ ਮੰਨ ਕੇ ਤੇ ਵੀ ਐਜੂਕੇਟ ਹੋਣੇ ਆ ਕਿਸੇ ਚੀਜ਼ 'ਚ ਨਹੀਂ। ਫੈਸਲਾ ਤੇ ਉਹਨਾਂ ਕਿਹਾ ਜੇ ਜਿਹੜੇ ਪਾਸੇ ਵੀ ਹਜੇ ਫੈਸਲਾ ਸਾਡੇ ਹੱਕ 'ਚ ਆ ਗਿਆ ਰਸੂਲ ਅੱਲਾਹ ਦਾ, ਤੇ ਉਹ ਮੰਨ ਲਵਾਂਗੇ, ਤੇ ਜੇ ਖਿਲਾਫ ਆ ਗਿਆ ਤੇ ਨਾ ਮੰਨਾਂਗੇ, ਉਹਨੂੰ ਵੀ ਕਬੂਲ ਨਾ ਕਰਾਂਗੇ। ਤੇ ਲੇਕਿਨ ਇਹ ਵੀ ਚੈੱਕ ਕਰ ਲੈਂਦੇ, ਕਿਉਂਕਿ ਲੋਕ ਗਲਤ ਚੀਜ਼ਾਂ ਦੇ ਵੀ ਇਨਸਾਨ ਜਵਾਬ ਢੂੰਡਦਾ ਹੈ। ਉਹ ਇਹ ਵੀ ਇਨਸਾਨ ਦੀ ਫਿਤਰਤ 'ਚ ਹੈ ਕਿ ਉਹ ਸੈਟਿਸਫੈਕਸ਼ਨ ਚਾਹੁੰਦਾ ਹੈ ਆਪਣੀ, ਉਹਦਾ ਜ਼ਮੀਰ ਉਹਨੂੰ ਫੋਰਸ ਕਰਦਾ ਹੈ ਕਿ ਉਹ ਫਿਰ ਨਾ ਆਂਦਾ ਕੋਈ ਝੂਠਾ ਹੀ ਮੈਨੂੰ ਜਵਾਬ ਲੱਭ ਜਾਏ ਬਹਿਸ ਕਰਨ ਵਾਸਤੇ ਨਾ ਕਰ। ਇਸ ਵਾਸਤੇ ਹਜ਼ੂਰ ਨੂੰ ਇਖਤਿਆਰ ਦਿੱਤਾ ਗਿਆ ਕਿ ਚਾਹੇ ਉਹ ਇਸ ਮੁਕੱਦਮੇ ਦਾ ਫੈਸਲਾ ਅੱਲਾਹ ਤਾਲਾ ਨੇ ਇਖਤਿਆਰ ਦਿੱਤਾ ਕਿ ਆਪਣੀ ਮਰਜ਼ੀ ਨਾ ਕਰਨ, ਬਈ ਜੋ ਸਹੀ ਸਮਝਦੇ ਨੇ। ਅਗਰ ਉਹਨਾਂ ਦੇ ਖਿਲਾਫ ਜਾਂਦਾ ਜਾਂ ਹੱਕ 'ਚ ਜਾਂਦਾ, ਇਹਦੇ 'ਚ ਕੋਈ ਪ੍ਰੈਸ਼ਰ ਲੈਣ ਦੀ ਲੋੜ ਨਹੀਂ। ਅਗਲੀ ਆਇਤਾਂ 'ਚ ਇਸ ਹਵਾਲੇ ਨਾਲ ਮਜ਼ੀਦ ਅੱਲਾਹ ਤਾਲਾ ਨੇ ਹਦਾਇਤ ਕੀਤੀ। ਅੱਲਾਹ ਤਾਲਾ ਫਿਰ ਇੱਕ ਗੱਲ ਸ਼ੁਰੂ ਜੈਸੇ ਹੁੰਦੀ ਹੈ ਨਾ, ਤਾਂ ਉਹਨੂੰ ਫਿਰ ਰਾਹ 'ਚ ਨਹੀਂ ਛੱਡ ਦਿੰਦੇ ਕਿ ਦੜ ਕਰਕੇ ਜਿਸ ਤਰ੍ਹਾਂ ਅੱਧੀ ਗੱਲ ਕਰ ਦਿੱਤੀ ਅੱਧੀ ਨਹੀਂ ਕੀਤੀ। ਉਸ ਮਾਮਲੇ 'ਚ ਫਿਰ ਕੋਈ ਕਮੀ ਬੇਸ਼ੀ ਨਹੀਂ ਛੱਡਦੇ। ਤੇ ਅਗਲੀ ਆਇਤ 'ਚ ਆਇਤ 42  'ਚ ਅੱਲਾਹ ਤਾਲਾ ਆਉਂਦੇ ਨੇ ਇਹ ਝੂਠ ਤੇ ਕੰਨ ਲਾਉਣ ਵਾਲੇ ਨੇ, ਔਰ ਝੂਠੀ ਗਵਾਹੀ ਵਾਸਤੇ ਬਗੈਰ ਕੋਈ ਹਿਚਕਿਚਾਏ ਆਰਾਮ ਖਾ ਲੈਂਦੇ ਨੇ। ਇਸ ਵਾਸਤੇ ਇਹ ਕੋਈ ਫੈਸਲਾ ਕਰਾਉਣ ਵਾਸਤੇ ਤੁਹਾਡੇ ਕੋਲ ਆਉਣ ਤੇ ਤੁਹਾਨੂੰ ਇਖਤਿਆਰ ਹੈ ਕਿ ਤੁਸੀਂ ਫੈਸਲਾ ਕਰੋ ਜਾਂ ਇਹਨਾਂ ਨੂੰ ਟਾਲ ਦਿਓ, ਦੋਵੇਂ ਟਾਲ ਦਿਓ। ਜੇ ਤੁਸੀਂ ਇਹਨਾਂ ਨੂੰ ਟਾਲੋਗੇ ਤੇ ਇਹ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ, ਔਰ ਜੇ ਫੈਸਲਾ ਕਰੋਗੇ ਤੇ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਇਨਸਾਫ ਦੇ ਨਾਲ ਫੈਸਲਾ ਕਰੋ, ਇਸ ਲਈ ਕਿ ਅੱਲਾ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਇਨਸਾਫ ਨਾਲ ਫੈਸਲਾ ਕਰਨ। ਅੱਲਾਹ ਤਾਲਾ ਪੈਗੰਬਰ ਨੂੰ ਪਿੱਛੇ ਮੈਂ ਗੱਲ ਕਰ ਵੀ ਦਿੱਤੀ ਹੈ ਇਹਦਾ ਕੁਝ ਹਿੱਸਾ, ਲੇਕਿਨ ਇਹਦੇ 'ਚ ਯਹੂਦੀ ਹੈ ਕਿ ਵੀ ਬੜੀ ਖਸਲਤ ਤੇ ਖਰਾਬੀ ਦਾ ਜ਼ਿਕਰ ਹੈ ਕਿ ਉਹ ਉਸ ਗੱਲ ਵਿੱਚ ਦਿਲਚਸਪੀ ਲੈਂਦੇ ਹਨ ਜਿਹੜੇ ਇਨਸਾਫ ਦੇ ਖਿਲਾਫ ਔਰ ਝੂਠੀ ਹੁੰਦੀ ਸੀ, ਉਹਦੇ ਜ਼ਿਆਦਾ ਉਹਨਾਂ ਦਾ। ਅੱਜ ਵੀ ਅਗਰ ਤੁਸੀਂ ਕੋਈ ਵੀ ਬੰਦਾ ਆਪਣੀ ਸਰਾਊਂਡਿੰਗ ਦਾ ਜਿਹੜੀ ਜ਼ਬਾਨ 'ਚ ਅਸੀਂ ਗੱਲ ਕਰ ਰਹੇ ਹਾਂ ਬਗੌਰ ਜਾਇਜ਼ਾ ਲਵੇ ਤਾਂ ਉੱਥੇ ਝੂਠ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਸੱਚ ਬੋਲਣ ਵਾਲੇ ਤੇ ਸਵਾਲ ਕੀਤੇ ਜਾਂਦੇ।
ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸੱਚ ਬੋਲਣ ਵਾਲਾ ਉਸ ਮਾਹੌਲ ਦੇ ਮੁਤਾਬਕ ਜੋ ਮੁਨਾਸਬ ਹੈ, ਕੁਰਾਨ ਸਿਰ ਤੇ ਰੱਖ ਕੇ ਇੱਕ ਬੰਦਾ ਸੱਚ ਪਿਆ ਬੋਲਦਾ ਹੈ, ਸਭ ਤੋਂ ਜ਼ਿਆਦਾ ਇਨਵੈਸਟੀਗੇਸ਼ਨ ਉਹਦੇ ਤੇ ਸ਼ੁਰੂ ਹੋ ਜਾਂਦੀ ਹੈ ਔਰ ਤਨਕੀਦ, ਦੂਸਰਿਆਂ ਤੇ ਨਹੀਂ ਹੁੰਦੀ। ਤੇ ਇਹ ਉਹ ਜ਼ਾਹਿਰ ਇਨਸਾਨੀ ਰਵੱਈਏ ਹਰ ਦੌਰ ਉਹ ਇਹਨਾਂ ਚੀਜ਼ਾਂ ਦੇ ਜ਼ਿਆਦਾ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਦਾ ਨੁਕਸਾਨ ਹੋ ਰਿਹਾ ਹੁੰਦਾ ਸੀ ਸੱਚ ਦੇ। ਉਹਦੇ 'ਚ ਮਸਲਾ ਕੀ ਹੁੰਦਾ ਕਿ ਲੋਕਾਂ ਵੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਸੱਚ ਨੁਕਸਾਨ ਨਾ ਰਿਹਾ ਹੁੰਦਾ, ਦੂਜੀਆਂ ਅਸੀਂ ਪੇਡਾਂ ਹੁੰਦੇ ਹਾਂ। ਅਸੀਂ ਤਾਂ ਉਹਨਾਂ ਦਾ ਮੂਡ ਵੇਖ ਕੇ ਤੇ ਅਸੀਂ ਚੀਜ਼ਾਂ ਔਰ ਗੱਲ ਕਰਨੀ ਹੁੰਦੀ ਹੈ, ਆਪਣੇ ਰਵੱਈਏ ਬਣਾਉਣੇ ਹੁੰਦੇ ਨੇ। ਯਾਨੀ ਉਹ ਮੁਜਰਮ ਦਾ ਸਾਧਨ ਹੈ। ਅੱਜ ਵੀ ਸਾਡੇ ਮਾਹੌਲ 'ਚ ਵੀ ਅਗਰ ਕੋਈ ਬੰਦਾ ਚੋਰੀ ਕਰਦਾ ਨਾ ਕਿਸੇ ਦੀ, ਤੇ ਇਹ ਨਹੀਂ ਲੋਕ ਖੜੇ ਹੁੰਦੇ ਕਿ ਜਿਹਦੀ ਚੋਰੀ ਹੋਈ ਹੈ ਉਹਦੇ ਨਾਲ ਪੂਰਾ ਪਿੰਡ ਉੱਠ ਕੇ ਆਂਦਾ ਇਹਨੂੰ ਅਸਾਂ ਇਸ ਤਰ੍ਹਾਂ ਦੀ ਸਜ਼ਾ ਦੇਣੀ ਹੈ ਕਿ ਅੱਗੋਂ ਜ਼ਿੰਦਗੀ 'ਚ ਇੱਥੇ ਚੋਰੀ ਦਾ ਨਾਂ ਕੋਈ ਨਹੀਂ। ਤੁਸੀਂ ਕਦੀ ਤਜਰਬਾ ਕਰਕੇ ਵੇਖਣਾ, ਪੂਰਾ ਪਿੰਡ, ਹਾਲਾਂਕਿ ਸਮਝਦਾਰ ਲੋਕ ਵੀ ਉਹਦੇ ਨਾਲ ਖਲੋ ਕੇ ਤੇ ਆਖਦੇ ਉਹ ਛੱਡ ਦੇ, ਤੂੰ ਛੱਡ ਦੇ, ਇਹ ਚੱਲਿਆ, ਇਹ ਇੰਜ ਇਹ ਵੀ। ਤੇ ਇਸ ਤਰ੍ਹਾਂ ਦੇ ਰਵੱਈਏ ਜਿਹੜੇ ਨੇ ਉਹ ਮੁਜਰਮਾਂ ਦਾ ਸਾਥ ਹੈ। ਮੂਮਨ ਲੋਕਾਂ ਦੇ ਵਿੱਚ ਰੁਝਾਨ ਹੈ। ਹਾਲਾਂਕਿ ਮੁਜਰਮ ਤੇ ਸਖਤੀ ਕਰਨੀ ਚਾਹੀਦੀ। ਕੋਈ ਬੰਦਾ ਆਂਦਾ ਮੈਂ ਜੁਰਮ ਕੀਤਾ, ਉਹਨੂੰ ਕੱਲਿਆਂ ਛੱਡਣਾ ਚਾਹੀਦਾ, ਇਹ ਉਹਦੀ ਵੀ ਭਲਾਈ ਹੈ। ਮੁਜਰਮ ਦੇ ਉਹ ਮੁਜਰਮ ਦੇ ਖਿਲਾਫ ਗਵਾਹ ਬਣਨ ਦੀ ਬਜਾਏ ਰਿਸ਼ਵਤ ਲੈ ਕੇ ਉਹਦੀ ਹਮਾਇਤ ਤੇ ਮਜ਼ਲੂਮ ਦੀ ਮੁਖਾਲਫਤ ਕਰ ਦਿੰਦੇ ਆ। ਕੁਝ ਲੋਕ ਤੇ ਇਸ ਤਰ੍ਹਾਂ ਕਰਦੇ, ਰਿਸ਼ਵਤ ਲੈ ਕੇ। ਮੈਂ ਵੇਖਿਆ, ਜ਼ਾਤੀ ਮੇਰਾ ਤਜਰਬਾ ਹੈ ਕਿ ਕੁਝ ਲੋਕ ਵੈਸੇ ਹੀ ਉਹਨੂੰ ਆਪਣੇ ਜ਼ਿਹਨ 'ਚ ਕਿ ਉਹਨਾਂ ਨੇ ਜਾ ਕੇ ਕਹਿ ਦਿੱਤਾ ਜਾਂਦਾ, ਜੋ ਬੜਾ ਆਪਣੇ ਆਪ ਨੂੰ ਸਮਝਦੇ ਨੇ ਮੇਰੇ ਕੋਲ ਕੋਈ ਬੰਦਾ ਕੰਮ ਲੈ ਕੇ ਆ ਗਿਆ, ਉਹ ਭੁੱਲ ਜਾਂਦੇ ਨੇ ਇਨਸਾਫ ਕੀ ਹੈ। ਉਹ ਫਿਰ ਉਹਦੇ ਨਾਲ ਹੋ ਕੇ ਤੇ ਜਾ ਕੇ ਉਹ ਮੁਜਰਮ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਨੇ, ਉਹਦੀ ਹਮਾਇਤ ਤੇ ਮੁਜ਼ਲਮ ਦੀ ਮੁਖਾਲਫਤ ਕਰਦੇ ਸਨ। ਦੂਸਰੇ ਲਫ਼ਜ਼ਾਂ 'ਚ ਉਹ ਜਾਣਦਿਆਂ ਹੋਇਆ ਵੀ ਮੁਜਰਮ ਦੇ ਵਕੀਲ, ਅਸੀਂ ਜਾਣਦੇ ਹੋਇਆ ਮੁਜਰਮ ਦੇ ਵਕੀਲ ਬਣ ਜਾਂਦੇ ਹਨ, ਉਹਨਾਂ ਨੂੰ ਸਜ਼ਾ ਤੋਂ ਬਚਾ ਲੈਂਦੇ ਸਨ। ਉਹ ਫਿਰ ਜਿਵੇਂ ਇੰਨਾ ਮੁਲਕ ਟੁੱਟਦਾ ਉਹਦੇ ਮੁਤਲਕ ਐਫਰਟ ਵੀ ਬੜੀ ਹੁੰਦੀ ਹੈ, ਔਰ ਜਿਹਦਾ ਨੁਕਸਾਨ ਹੋਇਆ ਉਹਦੀ ਨਹੀਂ ਏਡੀ ਹੁੰਦੀ ਅੱਖ ਤਲਫੀ ਦਾ ਲੋਕਾਂ ਨੂੰ ਖਿਆਲ ਹੁੰਦਾ। ਉਹ ਦੂਸਰੇ ਨੂੰ ਸਜ਼ਾ ਤੋਂ ਬਚਾਉਣ ਵਾਸਤੇ ਮੁਜਰਮ ਨੂੰ ਜ਼ਿਆਦਾ ਲੋਕ ਅਮੂਮਨ ਇਹ ਵੇਖਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਨਾਲ ਹੀ ਲੋਕ ਖਲੋ ਜਾਂਦੇ ਨੇ। ਇਸੇ ਚੀਜ਼ ਨੂੰ ਅੱਲਾਹ ਤਾਲਾ ਨੇ ਅਗਲੀ ਆਇਤ 'ਚ ਇਸੇ ਚੀਜ਼, ਇਹ ਜਿਹੜੀ ਗੱਲ ਹੈ ਨਾ, ਅੱਲਾਹ ਤਾਲਾ ਅਗਲੀ ਆਇਤ ਸ਼ਰੀਅਤ ਨੂੰ ਹਲਕੀ ਕੀਮਤ ਵਿੱਚ ਵੇਚਣਾ ਆਖਿਆ। ਅੱਗੇ ਜਿਹੜੀ ਆਇਤ ਆ ਰਹੀ ਹੈ ਨਾ, ਉਹਦੇ 'ਚ ਆਖਿਆ ਕਿ ਮਸਲਨ ਅੱਲਾਹ ਦੇ ਹੁਕਮ ਸਾਹਮਣੇ ਹੁੰਦਿਆਂ ਵੀ ਮਾਮੂਲੀ ਚੀਜ਼ਾਂ ਤੇ ਦਗੇਬਾਜ਼ੀਆਂ ਔਰ ਝੂਠ ਔਰ ਫਰੇਬ ਔਰ ਅੱਲਾਹ ਦੇ ਆਇਤਾਂ ਦਾ ਇਨਕਾਰ ਕਰ ਦਿੰਦੇ ਨੇ। ਅੱਲਾਹ ਦੀਆਂ ਆਇਤਾਂ ਕੀ ਨੇ? ਉਹ ਜਿਹੜੇ ਇਨਸਾਨੀ ਫਿਤਰਤ 'ਚ ਅੱਛਾਈਆਂ ਨੇ। ਆਖਿਆ ਇਹਨੂੰ ਅੱਲਾਹ ਤਾਲਾ ਨੇ ਆਖਿਆ, ਇਹ ਹੋਰ ਵੀ ਜਗ੍ਹਾ ਤੇ ਆਖਿਆ ਕਿ ਮੇਰੀਆਂ ਆਇਤਾਂ ਨੂੰ ਇਹਦਾ ਇਹ ਨਹੀਂ ਮਤਲਬ ਚੋਖੀ ਕੀਮਤ ਲੱਭੇ ਦੇ ਵਿੱਚ। ਇਹ ਇੱਕ ਫਰੇਜ਼ ਇਸਤੇਮਾਲ ਹੁੰਦੀ ਹੈ ਕਿ ਵੇਖੋ ਮੁੱਲ ਕੀ ਪਾਉਂਦੇ ਨੇ ਮੇਰੀ ਗੱਲ ਦਾ। ਔਰ ਇਹ ਖਰਾਬੀ ਅੱਲਾਹ ਦੀ ਰਹਿਮਤ ਤੋਂ ਮਹਿਰੂਮੀ ਦੀ ਅਲਾਮਤ ਹੈ। ਬੰਦਾ ਇਸ ਵਾਸਤੇ ਕਰਦਾ ਹੈ ਕਿ ਉਹ ਅਸਲ ਤੇ ਅੱਲਾਹ ਦੀ ਰਹਿਮਤ ਤੋਂ ਮਹਿਰੂਮ ਹੋ ਚੁੱਕਿਆ ਹੁੰਦਾ, ਜਿਹੜਾ ਇਸ ਤਰ੍ਹਾਂ ਦੇ ਪੁੱਠੇ ਕੰਮ ਕਰਦਾ। ਜਿਸ ਕੌਮ ਵਿੱਚ ਇਹ ਖਰਾਬੀ ਪੈਦਾ ਹੋ ਜਾ ਔਰ ਇਨਸਾਫ ਤੋਂ ਮਹਿਰੂਮ ਕਰ ਦਿੱਤੀ ਜਾਂਦੀ ਹੈ, ਉਹ ਕੌਮ 'ਚੋਂ ਫਿਰ ਨਾ ਉਹ ਬੰਦੇ ਨੇ ਆਪ ਹੀ ਉਹ ਸਾਰੇ ਹੱਥਾਂ ਨਾਲ ਕੰਮ ਕਰ ਰਹੇ ਹੁੰਦੇ ਨੇ, ਆਪ ਹੀ ਚੀਕ ਰਹੇ ਹੁੰਦੇ ਨੇ। ਇਸ ਵਕਤ ਮੁਸਲਮਾਨ ਇਸ ਕਾਨੂੰਨ ਦੇ ਤਹਿਤ ਹਦਾਇਤ ਔਰ ਇਨਸਾਫ ਤੋਂ ਮਹਿਰੂਮ ਨੇ, ਔਰ ਸਾਫ਼ ਨਜ਼ਰ ਆ ਗਿਆ ਬਾਹਰ ਖਲੋ ਕੇ ਵੇਖੋ ਕਿ ਜ਼ੇਰੇ ਅਜ਼ਾਬ ਨੇ, ਜ਼ੇਰੇ ਅਤਾਬ ਨੇ। ਲੇਕਿਨ ਅੱਲਾਹ ਤਾਲਾ ਨੇ ਨਹੀਂ ਉਤੋਂ ਕੋਈ ਕਿਸੇ ਗੈਰ ਮੁਲਕੀ ਨੇ ਨਹੀਂ ਕੀਤਾ। ਦੁਨੀਆ ਦੀ ਹਰ ਚੀਜ਼ ਮੌਜੂਦ ਹੈ, ਸਿਰਫ ਫਿਤਰਤ 'ਚ ਮੌਜੂਦ ਅੱਛਾਈਆਂ ਛੱਡ ਕੇ ਬੁਰਾਈਆਂ ਦੇ ਪਿੱਛੇ ਲੱਗੇ ਨੇ, ਔਰ ਅੱਲਾਹ ਤਾਲਾ ਵੀ ਸਾਥ ਛੱਡ ਦਿੱਤੇ। ਔਰ ਸਾਫ਼ ਪੂਰੀ ਦੁਨੀਆ ਨਜ਼ਰ ਆ ਰਹੇ ਨੇ, ਜਿਹੜੀ ਜ਼ੁਬਾਨ 'ਚ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਸਾਫ਼ ਨਜ਼ਰ ਹੁੰਦਾ ਕਿ ਇਹ ਮੁਜਰਮ ਨੇ, ਇਹ ਕੋਈ ਐਸੇ ਜੁਰਮ ਦਾ ਸ਼ਿਕਾਰ ਹੋ ਚੁੱਕੇ ਨੇ। ਇਹਨਾਂ ਦੀ ਹਾਲਤ ਸ਼ਕਲ ਸੂਰਤ ਦੱਸਦੀ ਹੈ, ਕਿਸੇ ਨੂੰ ਕੋਈ ਗੱਲ ਕਰਨੇ ਦੀ ਲੋੜ ਨਹੀਂ। ਇਹ ਤੁਹਾਡੇ ਕੋਲੋਂ ਅਗਲੀ ਆਇਤ 43 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਤੁਹਾਡੇ ਕੋਲੋਂ ਕਿਉਂ ਫੈਸਲਾ ਕਰਾਉਂਦੇ ਨੇ ਜਦ ਕਿ ਇਹਨਾਂ ਕੋਲ ਤੁਰਾਤ ਹੈ, ਇਹਨਾਂ ਕੋਲ ਉਹੀ ਇਹਨਾਂ ਕੋਲ ਤੁਰਾਤ ਹੈ ਜਿਹਦੇ ਵਿੱਚ ਅੱਲਾਹ ਦਾ ਫੈਸਲਾ ਮੌਜੂਦ ਹੈ। ਫਿਰ ਫੈਸਲੇ ਵਾਸਤੇ ਤੁਹਾਡੇ ਕੋਲ ਆਉਣ ਤੋਂ ਬਾਅਦ ਉਸ ਫੈਸਲੇ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਅਸਲ ਹਕੀਕਤ ਹੈ ਕਿ ਮੰਨਣ ਵਾਲੇ ਲੋਕ ਹੀ ਨਹੀਂ। ਅੱਲਾਹ ਤਾਲਾ ਨੇ ਵਾਜ਼ੇ ਕੀਤਾ ਹੈ ਕਿ ਤੁਰਾਤ ਵੀ ਅੱਲਾਹ ਦੀ ਕਿਤਾਬ ਹੈ। ਬੜੇ ਲੋਕ ਸਮਝਦੇ ਨੇ ਕਿ ਤੁਰਾਤ, ਜ਼ਬੂਰ, ਅੰਜੀਲ ਜਿਹੜੀਆਂ ਨੇ ਪਤਾ ਨਹੀਂ ਅੱਲਾਹ ਇਹਨਾਂ ਹੀ ਜਿਹੜਾ ਆਖਿਆ ਨਾ ਅੱਲਾਹ ਤੇ ਈਮਾਨ, 5 ਜਿਹੜੀ ਇਮਾਨੀਆਤ ਨੇ ਉਹਨਾਂ ਵਿੱਚ ਕਿਤਾਬਾਂ ਤੇ, ਕਿਤਾਬ ਤੇ ਨਹੀਂ ਕਿਤਾਬਾਂ ਤੇ ਈਮਾਨ ਹੈ। ਉਹ ਸਾਡੇ ਕੁਰਾਨ ਹਰ ਅਸੀਂ ਈਮਾਨ ਲਿਆਉਂਦੇ ਹਾਂ। ਤੁਰਾਤ, ਜ਼ਬੂਰ, ਅੰਜੀਲ ਜਿਹੜੇ ਵੀ ਸਾਹਿਫ ਨੇ ਅੱਲਾਹ ਦੇ ਜਿਹੜੇ ਨੇ, ਤੇ ਅੱਲਾਹ ਤਾਲਾ ਨੇ ਤੁਰਾਤ ਵੀ ਅੱਲਾਹ ਦੀ ਕਿਤਾਬ ਹੈ। ਉਹ ਇਸ ਵਾਸਤੇ ਉਹਦਾ ਹੁਕਮ ਹੋਵੇ ਜਾਂ ਕੁਰਾਨ ਦਾ ਹੋਵੇ, ਇੱਕ ਬਰਾਬਰ ਹੈ। ਇਹ ਕੁਰਾਨ 'ਚ ਅੱਲਾਹ ਤਾਲਾ ਪੈਂਦੇ
लेकिन किंग की है आखिरी ये कहन दसने भी ये तुरात की गल है, ये रसूल अल्लाह की गल है, ये जबूर की गल है, अंजील की गल है, ये कुरान ने हूँ फैसला करना है कि क्योंकि अल्लाह की क्यामत तक ना रसूल अल्लाह के गल की हिफाजत की किधरे जिम्मेदारी लई है, ना तरात जबूर अंजील पिछलियां सीफियां की लई है, ना किसी आलम की, ना पैगंबरां की, किसी भी चीज़ की, सिर्फ एक चीज़ की अल्लाह ताला ने गारंटी दी है और हिफाजत दी है और आखे फैसला करने वाली किताब है। दीन मामले, दीन के मामले च हर चीज़ का फैसला ये करे दी ये किताब कौले फैसल मिजान फुरकान मुहम्मन कुरान है। लेकिन वो क्यों वो कुरान जड़ी गल की तस्दीक कर दे और रसूल अल्लाह ना मनसूब है, फिर वो गल कुरान ही बन जाती है। तुरात च सैयदना इब्राहिम नाल है या किसी आम बंदे की, अगर कुरान उसकी तस्दीक कर देंदा है कि ये गल सही है, दीन दे असूलों ते पूरी उतरदी है, तो वो गल सही है। ये तो अलावा कोई दुनिया की चीज़ जड़ी है वो कोई नहीं। फैसला करना कुरान ने सही की है तो गलत की है। अच्छा ਉਹਦੇ ਚ ਆਖਿਆ ਖਵੇ ਯਹੂਦੀ ਜਦੋਂ ਹਜ਼ੂਰ ਕੋਲੋਂ ਫੈਸਲਾ ਕਰਾਉਂਦੇ ਨੇ ਔਰ ਉਹਨਾਂ ਨੂੰ ਅੱਲਾ ਦੇ ਕਾਨੂੰਨ ਦੇ ਮੁਤਾਬਕ ਫੈਸਲਾ ਦਿੰਦੇ ਨੇ ਤੇ ਫਿਰ ਉਸ ਦਾ ਇਨਕਾਰ ਕਰ ਦਿੰਦੇ ਨੇ ਔਰ ਝੂਠ ਬੋਲਦੇ ਆਖਦੇ ਨੇ ਕਿ ਇਹ ਫੈਸਲਾ ਤੁਰਾਤ ਦੇ ਮੁਤਾਬਕ ਨਹੀਂ। ਅੱਜ ਵੀ ਕੁਰਾਨ ਦੀਆਂ ਗੱਲਾਂ ਦੇ ਮੁਖਾਲਫ ਗੱਲਾਂ ਜਿਹੜੀਆਂ ਨੇ ਉਹ ਸਾਡੇ ਦੋ ਇਸਲਾਮ ਨੇ, ਇੱਕ ਅੱਲਾ ਦਾ ਇਸਲਾਮ, ਇੱਕ ਸਾਡਾ ਇਸਲਾਮ ਹੈ ਔਰ ਅੱਲਾ ਦਾ ਇਸਲਾਮ ਗਾਲਬ ਹੈ ਔਰ ਉਹ ਕੁਰਾਨ ਦੀਆਂ ਗੱਲਾਂ ਦੇ ਮੁਖਾਲਫ ਹੈ। ਜਿਸ ਤਰ੍ਹਾਂ एक बड़ी मेन ਉਹਦੀ मिसाल है कुरान फिरके की नफी करता लफज की, लेकिन कुरान तो बाहर गल्लां ने जड़ियां ने एक फिरका जन्नत च, कुरान फिरके नूं ही फिरके ना नूं ही कुरान नफी कर देंदे तो आंदे ने एक जन्नत च जाएगा। ਉਹਦੇ वास्ते बाहरों कुरान ते ਉਹ ਗੱਲ ਆਫੀ ਉਹਨੂੰ ਜ਼ਿਆਦਾ ਲੋਕ ਜਾਣਦੇ ਨੇ, ਕੁਰਾਨ ਨੂੰ ਨਹੀਂ ਜਾਣਦੇ ਤੇ ਉਹ ਝੂਠ ਬੋਲਦੇ ਆਖਦੇ ਨੇ ਕਿ ਫੈਸਲਾ ਤੁਰਾਤ ਦੇ ਮੁਤਾਬਕ ਨਹੀਂ। ਅੱਲਾਹ ਤਾਲਾ ਫਰਮਾਉਂਦੇ ਨੇ ਕਿ ਉਹ ਪਖੰਡ ਇਸ ਵਾਸਤੇ ਕਰਦੇ ਨੇ ਕਿ ਅਸਲ 'ਚ ਉਹਨਾਂ ਨੂੰ ਅੱਲਾ ਦੇ ਫੈਸਲੇ ਦੀ ਕੋਈ ਪਰਵਾਹ ਹੀ ਨਹੀਂ ਹੁੰਦੀ। ਉਹਨਾਂ ਦੇ ਆਪਣੇ ਹੁੰਦੇ ਨੇ, ਉਹ ਭੁੱਲ ਚੁੱਕੇ ਹੁੰਦੇ ਨੇ, ਉਹ ਅੱਲਾ ਨਾਲੋਂ ਅੱਲਾ ਬੈਗ ਤੇ ਚਲੇ ਗਏ ਹੁੰਦੇ ਨੇ। ਨਾਮਾਂ 'ਚ ਜ਼ਿਕਰ ਇਹਨਾਂ ਚੀਜ਼ਾਂ 'ਚ ਵੀ ਅੱਲਾ ਦਾ ਜ਼ਿਕਰ ਤੱਕ ਵੀ ਜਿਹੜਾ ਨਹੀਂ, ਉਹ ਵੀ ਹੋਰ ਹਸਤੀਆਂ ਦੇ ਜ਼ਿਕਰ ਕੀਤੇ ਜਾਂਦੇ ਨੇ, ਉਹਨਾਂ ਤੇ ਘੰਟਿਆਂ ਦੇ ਹਿਸਾਬ ਤੇ ਸ਼ੇਰੋ ਸ਼ਾਇਰੀ ਕੀਤੀ ਜਾਂਦੀ ਹੈ। ਤੇ इस वास्ते इस आयत नूं ये हुक्म निकलता है कि अगर मुसलमानों की हुकूमत च अहले किताब अपने कानून के लिहाज नाल फैसला कराना चाहन तो उन्होंने इसकी इजाजत है। जिस तरह इस कुरान च अल्लाह ताला कहते हैं कि तुरात की गल है, वो ही फैसला करो। या जिस तरह बनु करीजा का एक बड़ा मशहूर वाक़या यहूदियों का जिन्होंने रसूल अल्लाह ने सजा दी थी तो वह फैसला साद बिन नबी वकास को लाया सी, उन्होंने मुनसब मनिया सी तो उन्हें तुरात के मुताबिक फैसला किया सी और वो कतल का हुक्म कुरान वो तुरात के मुताबिक सी, जिदे च मूसा अलैहिस्सलाम का गलबन वाक़या जो अगर मैं सही हाँ तो मेरी गल सही है तो वो मुताबिक फिर आख्या सी कि इन्हों के सारे फाइटिंग एज लोग जड़े ने उन्होंने कतल कर दिता जाए। ये फैसला उन्होंने मन्ने मुनसब नाल। इस तरह ही वो अगली आयत 44 च अल्लाह ताला ने तुरात असल ही उतारी है, ਇਹਦੇ ਵਿੱਚ ਦਾਇਤ ਵੀ ਸੀ ਤੇ रोशनी भी। अल्लाह ਦੇ बरदार नबी रबानी आलम और फकीह इन्हां यहूदियों के फैसले इस दे मुताबिक करते सन, इस वास्ते कि उन्होंने अल्लाह की किताब का राखा और गवाह बनाया सी। हदायत भी उन्होंने की गई सी कि लोगों को नहीं डरना, मेरे तो डरना है और मेरिया आयतों इस तरह घट कीमत ना बेचियो और याद रखो कि जो जेड़े लोग अल्लाह के उतारे हुए कानून के मुताबिक फैसले नहीं करते वो ही मुनकर ने। रबी जड़े ने यहूदियों के आलम ने इतने साढ़े तो दोस्त ने रबी इतने US च रबी यहूदियों के आलम नूं आखते ने, जिस तरह साढ़े आलम नूं मौलवी साहब या जो भी कह सकते हो। रब्बानी आलम उन्होंने आलमां नूं आख्या जा रहा है जेड़े यहूदियों विचों सच्चे आलम सन। अल्लाह ताला पिछे भी जिथे यहूदियों की या ईसाइयों की गलत लोगों की हरकतों की गल करते हैं उत्थे उन्होंने चंगियां की भी गल करते हैं। इत्थे भी वही गल की है जेड़े अच्छे आलम ने रबी ने उन्होंने मुतलक सच्चे आलम ने वो कुरान नूं भी उस तरह वो सारिया चीज़ां कर रहे होंगे। अल्लाह ताला बड़ी तारीफ की है यहूदियों की और ईसाइयों की
रसूल अल्लाह के सामने ਜਿਹੜੇ ਖਲੋਤੇ ਸਨ। ਇੱਥੋਂ ਤੱਕ ਅੱਲਾਹ ਤਾਲਾ ਨੇ ਆਖਿਆ ਸੂਰਾ ਮਾਦਾ 'ਚ ਔਰ ਇਸੇ ਸੂਰਾ 'ਚ ਅੱਗੇ ਆ ਰਿਹਾ ਔਰ ਸੂਰਾ ਬਕਰਾ 'ਚ ਕਿ ਜੇ ਤੁਸੀਂ ਮੁਸਲਮਾਨ ਹੋ, ਯਹੂਦੀ, ਈਸਾਈ ਜਾਂ ਸਤਾਰਾ ਪ੍ਰਸਤ ਹੋ, ਤੁਹਾਡੀ ਜੰਨਤ ਜਾਣ ਦਾ ਕ੍ਰਾਈਟੇਰੀਆ ਹੈ ਕਿ ਅੱਲਾਹ ਤੇ ਈਮਾਨ, ਆਖਰਤ ਤੇ ਈਮਾਨ ਔਰ ਅੱਛਾ ਅਮਲ। ਇਸ ਐਕਸੈਪਸ਼ਨ ਨਾਲ ਕਿ ਜਿਹੜਾ ਇਸ ਤੋਂ ਇਲਾਵਾ ਕੋਈ ਜੁਰਮ ਕਰੋ ਤੇ ਉਹਦੀ ਸਜ਼ਾ ਲੱਭੇ। ਜਿਵੇਂ ਤੁਸੀਂ ਚੋਰੀ ਕਰ ਲੈਂਦੇ ਹੋ, ਜਿਵੇਂ ਕਿਸੇ ਪੈਗੰਬਰ ਦਾ ਇਨਕਾਰ ਕਰ ਦਿੱਤਾ ਹੈ, ਜਿਵੇਂ ਜ਼ਨਾ ਜਾਂ ਚੀਜ਼ਾਂ ਜਿਹੜੀਆਂ ਨੇ ਉਹ ਜਾਂਦੀਆਂ ਨੇ, ਤੇ ਉਹ ਅੱਛਿਆਂ ਲੋਕਾਂ ਦੇ ਮੁਤਲਕ ਤੇ ਕੁਰਾਨ ਨੇ ਜਿੱਥੇ ਸਾਜ਼ਿਸ਼ੀ ਤੇ ਮੁਨਾਫਿਕ ਯਹੂਦੀਆਂ ਦਾ ਜ਼ਿਕਰ ਕੀਤਾ ਹੈ ਨਾ ਬੜੀਆਂ ਜਗ੍ਹਾ ਤੇ, ਉਸੇ ਤਰ੍ਹਾਂ ਚੰਗੇ ਤੇ ਖੁਦਾ ਖੌਫੀ ਰੱਖਣ ਵਾਲੇ ਆਲਮਾ ਫਕੀਆਂ ਦੀ ਵੀ ਜ਼ਿਕਰ ਕੀਤਾ ਹੈ। ਇਸ ਆਇਤ 'ਚ ਇਸੇ ਹੀ ਦੀਨਦਾਰ ਖੌਫ ਖੁਦਾ ਰੱਖਣ ਵਾਲਿਆਂ ਯਹੂਦੀਆਂ ਦੀ ਤਾਰੀਫ ਕੀਤੀ ਹੈ। ਇਹ ਜਿਹੜੀ ਪਿਛਲੀ ਆਇਤ ਮੈਂ ਪੜ੍ਹੀ ਹੈ, ਆਖਰ 'ਚ ਅੱਲਾਹ ਤਾਲਾ ਨੇ ਸਾਫ਼-ਸਾਫ਼ ਆਖ ਦਿੱਤਾ ਹੈ ਕਿ ਅੱਲਾਹ ਦੀ ਸ਼ਰੀਅਤ ਨੂੰ ਨਾ ਮੰਨਣ ਵਾਲੇ ਜਿਹੜੇ ਨੇ ਅਸਲ 'ਚ ਅੱਲਾਹ ਦੇ ਦੀਨ ਤੋਂ ਇਨਕਾਰ ਕਰਨ ਵਾਲੇ ਹੁੰਦੇ ਨੇ। ਔਰ ਇਹ ਹੁਕਮ ਯਹੂਦੀਆਂ ਵਾਸਤੇ ਹੀ ਨਹੀਂ, ਮੁਸਲਮਾਨਾਂ ਵਾਸਤੇ ਵੀ ਹੈ। ਅੱਲਾਹ ਦੇ ਅਹਿਕਾਮਾਤ ਜਿਹੜੇ ਨੇ ਇਨਸਾਨਾਂ ਵਾਸਤੇ ਨੇ, ਇਹਦੇ ਵਿੱਚ ਕੋਈ ਯਹੂਦੀ ਤੇ ਮੁਸਲਮਾਨ ਤੇ ਇਹ ਉਹ ਨਹੀਂ। ਉਹ ਜਿੰਨਾ ਕੋਈ ਅਮਲ ਕਰੇਦਾ ਉਨਾ ਅੱਲਾਹ ਦਾ ਬੰਦਾ, ਜਿੰਨੀ ਮੁਖਾਲਫਤ ਕਰੇਦਾ ਉਨਾ ਅੱਲਾਹ ਦਾ ਬੰਦਾ ਨਹੀਂ। ਭਾਵੇਂ ਉਹ ਪੈਗੰਬਰ ਦਾ ਪੁੱਤਰ ਹੈ ਤੇ ਭਾਵੇਂ ਉਹ ਖੁਦ ਪੈਗੰਬਰ ਹੈ ਤੇ ਭਾਵੇਂ ਆਮ ਕੋਈ ਇਨਸਾਨ ਹੈ, ਭਾਵੇਂ ਉਹ ਅੱਲਾਹ ਨੂੰ ਨਾ ਮੰਨਣ ਵਾਲਾ ਹੈ। ਤੇ ਉਹ ਯਹੂਦੀਆਂ ਮੁਸਲਮਾਨਾਂ ਵੀ ਅੱਲਾਹ ਦੇ ਹੁਕਮ ਯਹੂਦੀਆਂ ਮੁਸਲਮਾਨ ਇੱਕ ਹੀ ਨੇ। ਮੁਸਲਮਾਨਾਂ ਦਾ ਇਜਤਮਾਈ ਨਜ਼ਮ ਅੱਲਾਹ ਦੀ ਸ਼ਰੀਅਤ ਨੂੰ ਆਪਣਾ ਕਾਨੂੰਨ ਨਹੀਂ ਮੰਨਦਾ ਤੇ ਉਹ ਹੁਕਮਰਾਨ ਜਿਹੜਾ ਅੱਲਾਹ ਦੇ ਨਜ਼ਦੀਕ ਅਹਿਲੇ ਈਮਾਨ ਨਹੀਂ। ਅਗਰ ਕੋਈ ਅੱਲਾਹ ਦਾ ਹੁਕਮ ਜਿਹੜਾ ਹੈ ਅੱਲਾਹ ਨੇ ਹੁਕਮ ਦਿੱਤਾ ਹੈ ਵਾਕਈ ਜਿਹਦੇ ਤੇ ਪਿਨ ਪੁਆਇੰਟ ਕਰ ਦਿੱਤਾ ਹੈ ਉਹਦੇ ਤੇ ਤਾਂ ਉਹ ਨਹੀਂ ਮੰਨਦਾ ਤੇ ਉਹ ਵੀ ਉਸ ਤਰ੍ਹਾਂ ਦਾ ਨਾ ਇਮਾਨਦਾਰ ਇਨਸਾਨ ਨਹੀਂ, ਅਹਿਲੇ ਈਮਾਨ ਨਹੀਂ। ਔਰ ਆਮ ਮੁਸਲਮਾਨਾਂ ਦਾ ਗੁਨਾਹ ਵੀ ਉਹਨਾਂ ਦੇ ਸਿਰ ਹੀ ਹੋਵੇਗਾ ਕਿਉਂਕਿ ਉਹ ਲੀਡ ਕਰਨ ਵਾਲੇ ਹੁੰਦੇ ਨੇ ਤਾਂ ਕਾਫੀ ਜ਼ਿੰਮੇਦਾਰੀ ਆ ਜਾਂਦੀ ਹੈ ਉਹਨਾਂ ਤੇ ਕਿ ਉਹਨਾਂ ਨੂੰ ਕਮ ਅਜ਼ ਕਮ ਅਵੇਅਰਨੈਸ ਤੇ ਦੇਣ। ਅੱਗੇ ਹੁਣ ਇਹਨਾਂ ਆਇਤਾਂ ਦਾ ਰਵਾਂ ਤਰਜਮਾ, ਇਹ ਪੈਗੰਬਰ ਤੁਹਾਨੂੰ ਇਹਨਾਂ ਲੋਕਾਂ ਦਾ ਇਹ ਰਵੱਈਆ ਦੁਖੀ ਨਾ ਕਰੇ ਜਿਹੜੇ ਅੱਲਾਹ ਦੀ ਸ਼ਰੀਅਤ ਦਾ ਇਨਕਾਰ ਕਰਨ 'ਚ ਇੱਕ ਦੂਜੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਵੀ ਨੇ ਜਿਹੜੇ ਜ਼ੁਬਾਨ ਤੋਂ ਇਹ ਆਖਦੇ ਨੇ ਕਿ ਅਸੀਂ ਈਮਾਨ ਲਿਆਏ ਪਰ ਉਹ ਦਿਲੋਂ ਈਮਾਨ ਨਹੀਂ ਲਿਆਏ। ਉਹ ਵੀ ਜਿਹੜੇ ਯਹੂਦੀ ਹੋ ਚੁੱਕੇ ਨੇ ਇਹ ਝੂਠ ਤੇ ਕੰਨ ਲਾਉਂਦੇ ਨੇ ਔਰ ਝੂਠ ਵੀ ਉਹਨਾਂ ਲੋਕਾਂ ਦਾ ਜਿਹੜੇ ਇਹਨਾਂ ਤੋਂ ਇੱਕ ਵੱਖਰਾ ਗਰੋਹ ਨੇ ਔਰ ਜਿਹੜੇ ਕਦੀ ਤੁਹਾਡੇ ਕੋਲ ਨਹੀਂ ਆਏ। ਇਹ ਲੋਕ ਗੱਲ ਦਾ ਮੌਕਾ ਮਲ ਪਤਾ ਲੱਗ ਜਾਣ ਤੋਂ ਬਾਅਦ ਵੀ ਉਹਦੇ ਅਸਲੀ ਮਾਣੀ ਹੋਰ ਦੇ ਹੋਰ ਕਰ ਦਿੰਦੇ ਨੇ। ਆਖਦੇ ਨੇ ਕਿ ਤੁਹਾਡੇ ਮਾਮਲੇ ਦਾ ਫੈਸਲਾ ਅਗਰ ਇਸ ਤਰ੍ਹਾਂ ਦਾ ਹੋਵੇਗਾ ਤੇ ਮੰਨ ਲਵੋ ਤੇ ਦੂਜਾ ਹੋਵੇ ਤੇ ਉਹਦੇ ਤੋਂ ਬਚ ਜਾਣਾ। ਇਹ ਫਿਤਨੇ ਵਿੱਚ ਪੈ ਚੁੱਕੇ ਨੇ ਔਰ ਜਿਸ ਨੂੰ ਅੱਲਾਹ ਫਿਤਨੇ 'ਚ ਪਾਣਾ ਚਾਹੁੰਦਾ ਹੈ ਨਾ ਉਹ ਉਸ ਵਿੱਚ ਪੈ ਕੇ ਹੀ ਰਹਿੰਦਾ। ਫਿਰ ਅੱਲਾਹ ਦੇ ਮੁਕਾਬਲੇ ਵਿੱਚ ਤੁਸੀਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ। ਇਹ ਲੋਕ ਨੇ ਜਿਨ੍ਹਾਂ ਦੇ ਬਾਰੇ ਅੱਲਾਹ ਨਹੀਂ ਚਾਹੁੰਦਾ ਕਿ ਉਹਨਾਂ ਦੇ ਦਿਲਾਂ ਨੂੰ ਪਾਕ ਕਰੇ। ਉਹਨਾਂ ਵਾਸਤੇ ਦੁਨੀਆ ਵਿੱਚ ਬੜੀ ਬੇਇੱਜ਼ਤੀ ਹੈ ਤੇ ਆਖਰਤ ਵਿੱਚ ਬਹੁਤ ਵੱਡੀ ਸਜ਼ਾ ਹੈ। ਇਹ ਝੂਠ ਤੇ ਕੰਨ ਲਾਉਣ ਵਾਲੇ ਔਰ ਝੂਠੀ ਗਵਾਹੀ ਵਾਸਤੇ ਬਗੈਰ ਹਿਚਕਚਾਏ ਆਰਾਮ ਖਾ ਲੈਂਦੇ ਨੇ। ਇਸ ਵਾਸਤੇ ਕੋਈ ਫੈਸਲਾ ਕਰਾਉਣ ਤੁਹਾਡੇ ਕੋਲ ਆਉਣ ਤੇ ਤੁਹਾਨੂੰ ਇਖਤਿਆਰ ਹੈ ਕਿ ਤੁਸੀਂ ਫੈਸਲਾ ਕਰੋ ਜਾਂ ਇਹਨਾਂ ਨੂੰ ਟਾਲ ਦਿਓ। ਜੇ ਤੁਸੀਂ ਇਹਨਾਂ ਨੂੰ ਟਾਲੋ ਦੇ ਇਹ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ। ਔਰ ਜੇ ਫੈਸਲਾ ਕਰੋ ਤੇ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਇਨਸਾਫ ਦੇ ਨਾਲ ਫੈਸਲਾ ਕਰੋ, ਇਸ ਲਈ ਕਿ ਅੱਲਾਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਇਨਸਾਫ ਨਾਲ ਫੈਸਲਾ ਕਰਨ। ਜਜ਼ਾਕ ਅੱਲਾਹ।